सत श्री अकाल न्यूज़ 18 ਵੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਤੁਹਾਡੇ ਨਾਲ ਰਜਿੰਦਰ ਕੌਰ। ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰ ਦੇ ਨਾਲ। ਲੁਧਿਆਣਾ ਵਿੱਚ ਮੰਤਰੀ ਦੀ ਪਤਨੀ ਵੱਲੋਂ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਗਈ। ਬਗੈਰ ਮਾਸਕ ਤੋਂ ਮੀਟਿੰਗ ਵਿੱਚ ਸ਼ਾਮਿਲ ਹੋਈ ਮੰਤਰੀ ਆਸ਼ੂ ਦੀ ਪਤਨੀ ਮਮਤਾ ਆਸ਼ੂ। ਮੀਟਿੰਗ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਗਿਆ। ਕੋਰੋਨਾ ਪੋਜ਼ਿਟਿਵ ਪਾਏ ਗਏ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ। ਕੱਲ ਦੀ ਮੀਟਿੰਗ ਦੀਆਂ ਤਸਵੀਰਾਂ ਆਸ਼ੂ ਵੀ ਕੱਲ ਪੋਜ਼ਿਟਿਵ ਆਏ ਸਨ ਅਤੇ ਕੱਲ ਦੀਆਂ ਮੀਟਿੰਗ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਇੱਕ ਕੱਲ ਮੀਟਿੰਗ ਵਿੱਚ ਪਹੁੰਚੇ ਸਨ ਕਾਉਂਸਲਰ ਮਮਤਾ ਆਸ਼ੂ। ਕਾਉਂਸਲਰ ਨੇ ਅਤੇ ਮੀਟਿੰਗ ਨੂੰ ਸੰਬੋਧਨ ਕਰਦੇ ਬਗੈਰ ਮਾਸਕ ਤੋਂ ਨਜ਼ਰ ਆਏ। ਹੋਰ ਕੱਲ ਹੀ ਭਾਰਤ ਭੂਸ਼ਣ ਆਸ਼ੂ ਦੀ ਰਿਪੋਰਟ ਜਿਹੜੀ ਹੈ ਉਹ ਕੋਰੋਨਾ ਪੋਜ਼ਿਟਿਵ आई सी। पिछले कुछ दिनों तो तबीयत नासाज सी, जिहड़ी खबर मिल रही है 2-3 दिनों तो बुखार की शिकायत सी, जिस तो बाद कोरोना टेस्ट करवाया गया ਅਤੇ ਉਹਨਾਂ ਦੀ ਰਿਪੋर्ट पॉजिटिव पाई गई। डीएमसी ਹਸਪਤਾਲ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਇਲਾਜ ਚੱਲ ਰਿਹਾ। ਹੋ ਰਹੀ ਤਸਵੀਰ ਇਸ ਦੇ ਬਾਵਜੂਦ ਮਮਤਾ ਆਸ਼ੂ ਜਿਹੜੀ ਕਿ ਕਾਉਂਸਲਰ ਨੇ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਬਗੈਰ ਮਾਸਕ ਤੋਂ ਹੀ ਮੀਟਿੰਗ ਵਿੱਚ ਸ਼ਾਮਿਲ ਹੋਈ। ਮੀਟਿੰਗ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਵੀ कोई ख्याल नहीं रखा गया। कल दी मीटिंग दियां ये तस्वीरां कल ही भारत भूषण आशू पॉजिटिव पाए गए सन। लुधियाना काउंसलर ने ममता आशू और किस तरह बगैर मास्क, हालांकि खुद सूबे के मुख्यमंत्री लगातार ये कह रहे हैं क्योंकि जदों तक वैक्सीन बाजार नहीं आती वार वार ये किया जा रहा है कि सिर्फ मास्क ही वैक्सीन है। और शरेआम जिहड़े अहुदे ते बैठे ने अहुदेदार ਜ਼ਿੰਮੇਦਾਰ ਅਹੁਦਿਆਂ ਤੇ ਬੈਠੇ ਲੋਕ ਕਿਸ ਤਰ੍ਹਾਂ ਸ਼ਰੇਆਮ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ। ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਦੀ ਇਹ ਤਸਵੀਰ ਕੱਲ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਏ। ਨਾ ਮਾਸਕ ਪਾਇਆ ਹੋਇਆ ਸੀ, ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਗਿਆ। ਇਸ ਮੀਟਿੰਗ ਵਿੱਚ ਵਾਰ-ਵਾਰ ਸੂਬੇ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਮਾਸਕ ਪਾ ਕੇ ਬਾਹਰ ਨਿਕਲੋ, ਲੇਕਿਨ ਜ਼ਿੰਮੇਦਾਰ ਅਹੁਦਿਆਂ ਤੇ ਬੈਠੇ ਲੋਕ ਹੀ ਇਹਨਾਂ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ। और किस तरह आम लोगों तो उम्मीद की जा सकती है कि वो गाइडलाइंस की पालना करेंगे। कोविड खत्म नहीं होया है और कोरोना का खतरा जड़ा है लगातार वध रहा है। नवे केसेस जड़े ने वो भी सामने आ रहे हैं। लुधियाना तो 82 मामले कल सामने आए ने। 24 घंटे के दरमियान 82 मामले सामने आए ने। 4 लोगों की जिहड़ी मौत हुई उन्हां विचों 3 लुधियाना तो संबंधित ने। मास्क पाओ तक कोविड-19 की चेन नूं ब्रेक करने मदद मिलेगी, लेकिन जिम्मेदार अहदे ते बैठे लोग ही ये समझ नहीं रहे। और पहली तस्वीर एक पासे कैबिनेट मंत्री भारत भूषण आशू कोरोना पॉजिटिव पाए गए ने ਅਤੇ डीएमसी ਹਸਪਤਾਲ ਲੁਧਿਆਣਾ ਚ ਉਹਨਾਂ ਦਾ ਇਲਾਜ ਚੱਲ ਰਿਹਾ। ਦੂਜੇ ਪਾਸੇ ਉਹਨਾਂ ਦੀ ਪਤਨੀ ਨਿਯਮਾਂ ਦੀ ਉਲੰਘਣਾ ਕਰਦੀ ਨਜ਼ਰ ਆਈ। ਮੀਟਿੰਗ ਵਿੱਚ ਸ਼ਾਮਿਲ ਹੋਈ, ਨਾ ਮਾਸਕ ਪਾਇਆ ਹੋਇਆ ਸੀ, ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਰੱਖਿਆ ਗਿਆ ਸੀ। ਕਾਉਂਸਲਰ ਨੇ ਇਸ ਦੇ ਬਾਵਜੂਦ, ਹਾਲਾਂਕਿ ਹੋਣਾ ਤੇ ਇਹ ਚਾਹੀਦਾ ਹੈ ਕਿ ਲੋਕਾਂ ਨੂੰ ਸਮਝਾਇਆ ਜਾਏ ਕਿ ਮਾਸਕ ਪਾ ਕੇ ਰਹੋ। ਰੋਹਿਤ ਗੌੜ ਮੇਰੇ ਸਹਿਯੋਗੀ ਲੁਧਿਆਣਾ ਤੋਂ ਜੁੜ ਚੁੱਕੇ ਨੇ। ਰੋਹਿਤ, ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਕਿੰਨੇ ਦਿਨਾਂ ਤੋਂ ਭਾਰਤ ਭੂਸ਼ਣ ਆਸ਼ੂ ਦੀ ਤਬੀਅਤ ਖਰਾਬ ਸੀ और ਕੱਲ ਰਿਪੋਰਟ ਕਦੋਂ ਪੋਜ਼ਿਟਿਵ ਆਈ ਸੀ और ਕਦੋਂ ਉਹਨਾਂ ਨੂੰ ਡੀਐਮਸੀ ਹਸਪਤਾਲ ਦਾਖਲ ਕਰਾਇਆ ਗਿਆ? जी बिल्कुल रजिंदर, मैं तुहानूं दसना चाहूंगा कि भारत भूषण आशू की जिहड़ी तबीयत जिहड़ी कही जा रही थी, जिहड़े कैबिनेट मंत्री हैगे ने उन्हां दी 2 ਤੋਂ 3 दिन पहला ही उन्हां दी तबीयत खराब होनी शुरू हो गई थी। तो इस चीज़ नूं लैके उन्हां नूं पहला ही आशंका हो गई थी कि वो शायद किते ना किते कोरोना दी चपेट च आ चुके हैं। तो इसी चीज़ नूं लैके जिहड़े उन्हां दा अपना टेस्ट करवाया गया और टेस्ट जो कल शाम नूं लगभग 5 ਤੋਂ 6 बजे के करीब जिहड़े ने इसकी रिपोर्ट आई। तो उस वेले इस चीज़ नूं पुष्टि कर दी गई कि जिहड़े कैबिनेट मंत्री भारत भूषण आशू हैगे ने वो पॉजिटिव हैगे ने। ते उस चीज़ नूं लैके उन्होंने पूरी तौर पर अपने आप नूं संभालते हुए और अपनी एक जिम्मेवारी नूं देखते हुए कि लोगों के प्रति कि मैं जिस तरीके की उन्होंने मीटिंगां होंदियां ने उस चीज़ नूं देखते हुए उन्होंने पूरी तौर पर अपने आप नूं लुधियाना डीएमसी हॉस्पिटल विच अपने आप नूं रोहित हुणे ये दसो, ये जानना चाहांगे ममता आशू किस वक्त मीटिंग कर रहे सन? जी बिल्कुल, ਜਿਹੜੀ ਇਹ ਮੀਟਿੰਗ ਦੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਇਹ ਤਸਵੀਰਾਂ ਕੱਲ ਦੀਆਂ ਹੈਗੀਆਂ ਨੇ। ਔਰ ਕੱਲ ਦੁਪਹਿਰ ਵੇਲੇ ਇਹ ਜਿਹੜੀ ਹੈ ਨਗਰ ਨਿਗਮ ਦੀ ਮੀਟਿੰਗ ਰੱਖੀ ਗਈ ਸੀਗੀ ਤੇ ਉਸ ਵੇਲੇ ਮਮਤਾ ਆਸ਼ੂ ਜਿਹੜੇ ਕਿ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਹੈਗੀ ਔਰ ਉਹਨਾਂ ਦੇ ਉੱਤੇ ਵੀ ਇੱਕ ਜ਼ਿੰਮੇਵਾਰੀ ਹੈਗੀ ਕਿਉਂਕਿ ਨਾਲ ਉਹਨਾਂ ਨੂੰ ਲੋਕਾਂ ਦੇ ਸੋਸ਼ਲ ਜਿਹੜੀ ਹੈਗੀ ਆ ਸੋਸ਼ਲ ਐਕਟੀਵਿਟੀਜ਼ ਜਿਹੜੀ ਹੈਗੀ ਉਹ ਅਟੈਂਡ ਕਰਦੇ ਨੇ ਤੇ ਉਸ ਦੇ ਵਿੱਚ ਵੀ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਤੌਰ ਤੇ ਉਹਨਾਂ ਨੂੰ ਦਿਖਾਣਾ ਪੈਣਾ ਸੀਗਾ। ਪਰ ਉਸ ਦੇ ਬਾਵਜੂਦ ਉਹਨਾਂ ਇੱਕ ਲਾਪਰਵਾਹੀ, ਇੱਕ ਗੈਰ ਜ਼ਿੰਮੇਦਾਰੀ ਦੇਖਣ ਨੂੰ ਮਿਲੀ ਕਿ ਜਿਸਲੇ ਉਹਨਾਂ ਨੇ ਮਾਸਕ ਨਹੀਂ ਪਾਇਆ ਸੀਗਾ ਔਰ ਲੋਕਾਂ ਦੇ ਵਿੱਚ ਉੱਥੇ ਮੀਟਿੰਗ ਦੇ ਦੌਰਾਨ ਜਿਹੜੇ ਮੀਟਿੰਗ ਦੇ ਵਿੱਚ ਕੌਂਸਲਰ ਸਾਹਿਬਾਨ ਆਏ ਉਹਨਾਂ ਦੇ ਵਿੱਚ। ਰੋਹਿਤ ਇਹ ਵੀ ਦੱਸੋ
ਕਿ ਤੁਹਾਡੀ ਮਮਤਾ ਆਸ਼ੂ ਨਾਲ ਹੁਣ ਕੋਈ ਗੱਲ ਹੋ ਪਾਈ ਹੋਵੇ ਜਦੋਂ ਭਾਰਤ ਭੂਸ਼ਣ ਆਸ਼ੂ ਦੀ ਰਿਪੋਰਟ ਪੋਜ਼ਿਟਿਵ ਪਾਏਗੀ ਕਿ ਮਮਤਾ ਆਸ਼ੂ ਨੇ ਵੀ ਆਪਣਾ ਚੈੱਕਅਪ ਕਰਾਇਆ ਹੈ। ਇਹ ਜਨਤਕ ਥਾਵਾਂ ਤੇ ਤਾਂ ਸਾਫ਼ ਬਿਨਾ ਮਾਸਕ ਦੇ ਉਹ ਘੁੰਮਦੇ ਨਜ਼ਰ ਆਏ, ਵੱਡੀ ਲਾਪਰਵਾਹੀ ਸਾਹਮਣੇ ਆਈ ਉਹਨਾਂ ਦੀ। ਜੀ ਬਿਲਕੁਲ, ਜਨਤਕ ਥਾਵਾਂ ਤੇ ਜਾਂਦੇ ਹੋਏ ਜ਼ਰੂਰ ਨਜ਼ਰ ਆਏ ਨੇ, ਮੀਟਿੰਗ ਅਟੈਂਡ ਕਰਦੇ ਹੋਏ ਨਜ਼ਰ ਆਏ ਨੇ, ਪਰ ਉਸ ਚੀਜ਼ ਤੋਂ ਇਲਾਵਾ ਹਜੇ ਤੱਕ ਸਾਡੇ ਕੋਲ ਸੂਤਰਾਂ ਤੋਂ ਹਵਾਲੇ ਤੋਂ ਇਹ ਖਬਰ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਮਤਾ ਆਸ਼ੂ ਔਰ ਤਮਾਮ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਵੀ ਜਿਹੜੇ ਕਰੋਨਾ ਟੈਸਟ ਹੈਗੇ ਨੇ ਉਹ ਲਿੱਤੇ ਗਏ ਨੇ ਔਰ ਉਹਨਾਂ ਦੀ ਰਿਪੋਰਟ ਅੱਜ ਸ਼ਾਮ ਤੱਕ ਆ ਸਕਦੀ ਹੈ ਤੇ ਉਸ ਤੋਂ ਬਾਅਦ ਪਤਾ ਲੱਗ ਪਾਊਗਾ ਕਿ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਉਹਨਾਂ ਦੇ ਪਰਿਵਾਰਕ ਮੈਂਬਰ ਕਿੰਨੇ ਕੁ ਇਸ ਕਰੋਨਾ ਦੀ ਚਪੇਟ 'ਚ ਹੈ ਜਾਂ ਨਹੀਂ ਹੈ। ਇਹ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ। ਪਰ ਹਾਲ ਦੀ ਫਿਲਹਾਲ ਜਿਹੜੀ ਹੈ ਇਸ ਵੇਲੇ ਜਿਹੜੀ ਗੈਰ ਜ਼ਿੰਮੇਦਾਰ ਨਾਲ ਇੱਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ, ਇਸ ਚੀਜ਼ ਦਾ ਕਿਤੇ ਨਾ ਕਿਤੇ ਜਿਹੜੇ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਜਿਹੜੀ ਮਮਤਾ ਆਸ਼ੂ ਹੈ ਉਹਨਾਂ ਨੂੰ ਜਵਾਬ ਦੇਣਾ ਪੈਣਾ। ਔਰ ਇਸ ਦੇ ਨਾਲ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਣਾ ਚਾਹੂੰਗਾ ਕਿ ਲੁਧਿਆਣਾ ਦੇ ਜਿਹੜੇ ਮੇਅਰ ਹੈਗੇ ਨੇ ਬਲਕਾਰ ਸਿੰਘ ਸੰਧੂ, ਉਹਨਾਂ ਦੇ ਵੱਲੋਂ ਵੀ ਇੱਕ ਗੈਰ ਜ਼ਿੰਮੇਦਾਰ ਬਿਆਨ ਨਿਕਲ ਸਾਹਮਣੇ ਆਇਆ ਹੈ ਕਿਉਂਕਿ ਇਸੀ ਮੀਟਿੰਗ ਦੇ ਦੌਰਾਨ ਜੋ ਉਸ ਤੋਂ ਬਾਅਦ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਚੀਜ਼ ਨੂੰ ਪੱਤਰਕਾਰਾਂ ਦੇ ਸਾਹਮਣੇ ਕਿਹਾ ਕਿ ਕੋਵਿਡ ਦਾ ਦੌਰ ਖਤਮ ਹੋ ਚੁੱਕਾ ਹੈ ਤੇ ਹੁਣ ਅਸੀਂ ਮਿਲ ਕੇ ਲੁਧਿਆਣਾ ਦੀ ਡਿਵੈਲਪਮੈਂਟ ਕਰਾਂਗੇ। ਤੇ ਇਸ ਚੀਜ਼ ਨੂੰ ਤੁਸੀਂ ਬਲਕਾਰ ਸਿੰਘ ਸੰਧੂ ਨੂੰ ਇਹ ਨਹੀਂ ਪਤਾ ਸੀ ਕਿ 82 ਨਵੇਂ ਮਾਮਲੇ ਸਾਹਮਣੇ ਆਏ ਨੇ, 3 ਮਰੀਜ਼ਾਂ ਦੀ ਮੌਤ ਹੋਈ ਹੈ ਕੋਰੋਨਾ ਦੇ ਚਲਦੇ। ਬਿਲਕੁਲ ਇਹ ਚੀਜ਼ ਹੈਰਾਨਯੋਗ ਹੈ ਕਿ ਇੱਕ ਨੁਮਾਇੰਦੇ ਜਿਹੜੇ ਕਿ ਲੁਧਿਆਣਾ ਸ਼ਹਿਰ ਦੇ ਅਹੁਦੇਦਾਰ ਦੇ ਹੈਗੇ ਨੇ, ਅਹੁਦੇ ਦੇ ਨੁਮਾਇੰਦ ਕਰਦੇ ਪਏ ਨੇ, ਨਗਰ ਨਿਗਮ ਜਿਹੜੀ ਸੀ ਲੋਕਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜੀ ਹੋਈ ਹੈ ਔਰ ਉਹਨਾਂ ਦੇ ਜਿਹੜਾ ਬਿਆਨ ਦਿੱਤਾ ਬਲਕਾਰ ਸਿੰਘ ਸੰਧੂ ਲੁਧਿਆਣਾ ਦੇ ਮੇਅਰ ਨੇ ਔਨ ਰਿਕਾਰਡ ਹੈ। ਬਿਲਕੁਲ ਔਨ ਰਿਕਾਰਡ ਹੈ, ਸਾਡੇ ਕੋਲ ਉਸ ਚੀਜ਼ ਦੀ ਰਿਕਾਰਡਿੰਗ ਹੈਗੀ ਹੈ ਜਿਸ ਦੇ ਵਿੱਚ ਉਹਨਾਂ ਨੇ ਖੁਦ ਕਿਹਾ ਹੈ ਕਿ ਜਿਹੜਾ ਕਰੋਨਾ ਦਾ ਦੌਰ ਸੀਗਾ ਉਹ ਖਤਮ ਹੋ ਚੁੱਕਾ ਹੈ ਤੇ ਹੁਣ ਅਸੀਂ ਰਲ ਕੇ ਇਸ ਲੁਧਿਆਣਾ ਦੀ ਡਿਵੈਲਪਮੈਂਟ ਨੂੰ ਕੀਤਾ ਜਾਊਗਾ। ਤੇ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਉਹ ਉਹਨਾਂ ਦਾ ਇੰਨਾ ਕਹਿਣਾ, ਇਹਨਾਂ ਸ਼ਬਦਾਂ ਨੂੰ ਕਹਿਣਾ ਹੀ ਆਪਣੇ ਆਪ ਦੇ ਵਿੱਚ ਇਹ ਸਾਬਿਤ ਕਰਦਾ ਹੈ ਕਿ ਜਿਸ ਲੋਕਾਂ ਦੇ ਉੱਤੇ ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ ਉਹ ਖੁਦ ਕਿੰਨੇ ਗੈਰ ਜ਼ਿੰਮੇਦਾਰ ਹੈਗੇ ਨੇ। ਬਿਲਕੁਲ। ਔਰ ਰੋਹਿਤ ਇਹ ਵੀ ਜਾਨਣਾ ਚਾਹਾਂਗੇ, ਸਭ ਤੋਂ ਵੱਡੀ ਗੱਲ ਜਿਹੜੀ ਨਿਕਲ ਕੇ ਆ ਰਹੀ ਹੈ ਗੈਰ ਜ਼ਿੰਮੇਵਾਰਾਨਾ ਰਵੱਈਆ ਜਿਹੜਾ ਹੈ ਉਹ ਮਮਤਾ ਆਸ਼ੂ ਦਾ ਸਾਹਮਣੇ ਆਇਆ, ਵੱਡੀ ਲਾਪਰਵਾਹੀ ਸਾਹਮਣੇ ਆਈ। ਜਦੋਂ 2 ਤੋਂ 3 ਦਿਨ ਹੋ ਚੁੱਕੇ ਸੀ, ਭਾਰਤ ਭੂਸ਼ਣ ਆਸ਼ੂ ਦੀ ਤਬੀਅਤ ਖਰਾਬ ਸੀ, ਇਹਤਿਆਤਨ ਖੁਦ ਨੂੰ ਆਈਸੋਲੇਟ ਕਰਨਾ ਚਾਹੀਦਾ ਸੀ, ਉਹ ਵੀ ਨਹੀਂ ਕੀਤਾ, ਉਲਟਾ ਜਨਤਕ ਥਾਵਾਂ ਤੇ ਪਹੁੰਚੇ, ਮੀਟਿੰਗ ਕੀਤੀ ਬਗੈਰ ਮਾਸਕ ਦੇ, ਬਗੈਰ ਸੋਸ਼ਲ ਡਿਸਟੈਂਸਿੰਗ ਰੱਖੇ। ਬਿਲਕੁਲ ਰਜਿੰਦਰ, ਇਸ ਚੀਜ਼ ਨੂੰ ਲੈ ਕੇ ਹੀ ਤਾਂ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਨੁਮਾਇੰਦਾ ਜਿਹੜਾ ਕਿ ਲੋਕਾਂ 'ਚ ਵਿਚਰ ਰਹੇ ਨੇ, ਲੋਕਾਂ ਦੀ ਭਲਾਈ ਵਾਸਤੇ ਬੇਸ਼ੱਕ ਉਹ ਕੰਮ ਕਰ ਰਹੇ ਨੇ ਔਰ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਨੇ, ਇਸ ਚੀਜ਼ ਨੂੰ ਅਸੀਂ ਮੰਨਦੇ ਹਾਂ, ਪਰ ਉਸ ਦੇ ਨਾਲ ਲੋਕਾਂ ਦੇ ਨਾਲ ਸੋਸ਼ਲਾਈਜ਼ ਹੋਣਾ ਔਰ ਇਸ ਮਹਾਮਾਰੀ ਦੇ ਦੌਰਾਨ ਹੋਣਾ ਸ਼ਾਇਦ ਕਿਤੇ ਨਾ ਕਿਤੇ ਇਹ ਗੈਰ ਜ਼ਿੰਮੇਵਾਰ ਹੀ ਇਸ ਨੂੰ ਕੰਮ ਕਿਹਾ ਜਾਊਗਾ। ਇਸ ਨੂੰ ਗੈਰ ਜ਼ਿੰਮੇਦਾਰਾ ਹੀ ਵਰਡ ਯੂਜ਼ ਹੁੰਦਾ ਨਜ਼ਰ ਆਉਂਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਇੱਕ ਲੀਡਰ ਲੋਕਾਂ ਨਾਲ ਉਸ ਵੇਲੇ ਮਿਲ ਰਿਹਾ ਹੈ ਜਿਸ ਵੇਲੇ ਉਹਨਾਂ ਨੂੰ ਖੁਦ ਨੂੰ ਪਤਾ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਉਹਨਾਂ ਦੇ ਆਪਣੇ ਪਤੀ ਹੀ ਜਿਹੜੇ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਨੇ, ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੂੰ ਖੁਦ ਨੂੰ ਪਹਿਲਾਂ ਹੀ ਆਈਸੋਲੇਟ ਕਰ ਲੈਣਾ ਚਾਹੀਦਾ, ਜਦਕਿ ਉਹ ਪਬਲਿਕ ਮੀਟਿੰਗਾਂ ਕਰਦੇ ਰਹੇ ਨੇ ਔਰ ਪਬਲਿਕ ਮੀਟਿੰਗ ਉਸ ਦਿਨ ਵੀ ਕਰ ਰਹੇ ਸੀ, ਕੱਲ ਬੀਤੇ ਦਿਨ ਵੀ ਉਹ ਕਰ ਰਹੇ ਸੀ ਜਿਸ ਦਿਨ ਭਾਰਤ ਭੂਸ਼ਣ ਆਸ਼ੂ ਦੀ ਪੋਜ਼ਿਟਿਵ ਰਿਪੋਰਟ ਆਈ ਹੈ। ਤੇ ਉੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਖੁਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰ-ਬਾਰ ਇਸ ਚੀਜ਼ ਦੀ ਅਪੀਲ ਕਰ ਰਹੇ ਨੇ ਕਿ ਜੇ ਕੋਵਿਡ ਖਤਮ ਨਹੀਂ ਹੋਇਆ ਵਾ ਔਰ ਜਾਣਕਾਰਾਂ ਦਾ ਵੀ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਸਰਦੀ ਦੁਬਾਰਾ ਵੱਧ ਰਹੀ ਹੈ ਔਰ ਪਰਾਲੀ ਦਾ ਧੂਆਂ ਜਾਂ ਹੋਰ ਪੋਲੂਸ਼ਨ ਵੱਧ ਰਿਹਾ ਹੈ ਤਾਂ ਉਸ ਦੇ ਵਿੱਚ ਜਿਹੜੇ ਕਰੋਨਾ ਪੋਜ਼ਿਟਿਵ ਜਿਹੜੇ ਮਰੀਜ਼ ਹੈ ਉਹ ਹੁਣ ਆਉਣ ਵਾਲੇ ਟਾਈਮ ਵਿੱਚ ਹੋਰ ਵੱਧ ਸਕਦੇ ਨੇ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਜਿਹੜੇ ਲੀਡਰ ਸਾਹਿਬਾਨ ਹੈਗੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਸਮਝਾਉਣਾ ਔਰ ਲੋਕਾਂ ਨੂੰ ਸੰਭਾਲਣਾ, ਤੇ ਉਹ ਖੁਦ ਗੈਰ ਜ਼ਿੰਮੇਦਾਰ ਨਜ਼ਰ ਆ ਰਹੇ ਨੇ। शुक्रिया रोहित, फिलहाल तमाम गलबात लिए, तमाम जानकारी दे लिए। सो ये तस्वीरां किस तरह शरेआम लुधियाना च कैबिनेट मंत्री दी पत्नी वालों कोविड नियमां दी उल्लंघना की गई। खुद काउंसलर ने बगैर मास्क तो मीटिंग करन पहुंचे, सोशल डिस्टेंसिंग का ख्याल नहीं रखा गया और कैबिनेट मंत्री भारत भूषण आशू दी रिपोर्ट कल कोरोना पॉजिटिव आई है, खुद वो हस्पताल दाखिल ने और उस तो पहला जदों काउंसलर पत्नी मीटिंग ਲਈ ਪਹੁੰਚੀ ਤਾਂ ਕਿਸ ਤਰ੍ਹਾਂ ਸ਼ਰੇਆਮ ਕੋਵਿਡ ਨਿਯਮਾਂ ਦੀ ਉਲੰਘਣਾ ਉਹਨਾਂ ਵੱਲੋਂ ਕੀਤੀ ਗਈ। ਫਿਲਹਾਲ ਇਹਨਾਂ ਦੇ ਵੀ ਟੈਸਟ ਹੋਏ ਨੇ, ਰਿਪੋਰਟ ਆਣੀ ਬਾਕੀ। ਕੋਸ਼ਿਸ਼ ਕਰਾਂਗੇ ਕਿ ਮਮਤਾ ਆਸ਼ੂ ਤੋਂ ਵੀ ਉਹਨਾਂ ਦੀ ਪ੍ਰਤੀਕਿਰਿਆ ਲਈ ਜਾ ਸਕੇ, ਲੇਕਿਨ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਲੋਕ ਕਿਸ ਕਦਰ ਗੈਰ ਜ਼ਿੰਮੇਵਾਰਾਨਾ ਹਰਕਤਾਂ ਕਰ ਰਹੇ ਨੇ, ਲਾਪਰਵਾਹੀ ਵਰਤ ਰਹੇ ਨੇ। ਕੋਰੋਨਾ ਦਾ ਕਹਿਰ ਜਾਰੀ, ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ। ਇਸ ਵਿਚਾਲੇ ਕੋਵਿਡ ਨਿਯਮਾਂ ਦੀ ਉਲੰਘਣਾ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਲੋਕ ਹੀ ਕਰ ਰਹੇ।
ਅੱਗੇ ਵਧਿਆ ਮਾਨਸਾ 'ਚ ਕਿਸਾਨਾਂ ਨੇ ਡੀਸੀ ਦਫ਼ਤਰ ਨੂੰ ਘੇਰ ਲਿਆ। ਬੈਰੀਕੇਡ ਤੋੜ ਕੇ ਡੀਸੀ ਦਫ਼ਤਰ ਤੱਕ ਪਹੁੰਚ ਗਏ ਨੇ ਕਿਸਾਨ। ਉਗਰਾਹਾਂ ਜਥੇਬੰਦੀ ਦਾ ਰੋਸ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਜਾ ਰਹੀ। ਦਰਅਸਲ ਕਿਸਾਨੀ ਅੰਦੋਲਨ ਦੌਰਾਨ ਮਾਤਾ ਤੇਜ ਕੌਰ ਦੀ ਮੌਤ ਹੋਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ, ਲੇਕਿਨ 5 ਲੱਖ ਰੁਪਏ ਮੌਕੇ ਤੇ ਦੇ ਦਿੱਤੇ ਗਏ। ਬਾਕੀ ਰਕਮ ਭੋਗ ਤੇ ਦੇਣ ਦਾ ਦਾਅਵਾ ਕੀਤਾ ਗਿਆ ਸੀ, ਜਿਹੜੀ ਹਾਲੇ ਤੱਕ ਨਹੀਂ ਦਿੱਤੀ ਗਈ। ਤਾਂ ਅੰਦਾਜ਼ੀਏ ਕਿ ਕਿਸਾਨੀ ਅੰਦੋਲਨ ਦੌਰਾਨ ਮਾਤਾ ਤੇਜ ਕੌਰ ਦੀ ਮੌਤ ਹੋਈ ਸੀ ਅਤੇ ਕਈ ਦਿਨਾਂ ਤੱਕ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ। ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਤੇ ਅੜੇ ਸਨ ਕਿਸਾਨ। ਸਾਥੀ ਕਿਸਾਨ ਹੋਰ ਅੱਜ ਕਿਸ ਤਰ੍ਹਾਂ ਕਿਸਾਨਾਂ ਦਾ ਗੁੱਸਾ ਫੁੱਟਿਆ। ਡੀਸੀ ਦਫ਼ਤਰ ਵਿਖੇ ਬੈਰੀਕੇਡ ਤੋੜ ਕੇ ਡੀਸੀ ਦਫ਼ਤਰ ਤੱਕ ਪਹੁੰਚ ਗਏ ਕਿਸਾਨ। ਬੀਕੇਯੂ ਉਗਰਾਹਾਂ ਜਥੇਬੰਦੀ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰ ਨੂੰ ਬਾਕੀ ਮੁਆਵਜ਼ਾ ਦਿਵਾਉਣ ਲਈ ਇਹ ਸੰਘਰਸ਼ ਕਿਸਾਨਾਂ ਦਾ। ਕਿਸਾਨੀ ਅੰਦੋਲਨ ਦੌਰਾਨ ਹੀ ਮਾਤਾ ਤੇਜ ਕੌਰ ਦੀ ਮੌਕੇ ਤੇ ਹੀ ਮੌਤ ਹੋਈ ਸੀ ਅਤੇ ਟਰੈਕਾਂ ਤੇ, ਉਹ ਵੀ ਰੇਲਵੇ ਟਰੈਕਾਂ ਤੇ ਕਿਸਾਨ ਜਿਹੜੇ ਧਰਨੇ ਦੇ ਰਹੇ ਸਨ ਉਹਨਾਂ ਦੇ ਨਾਲ ਉਹ ਡਟੇ ਹੋਏ ਸਨ। ਉਸੇ ਦੌਰਾਨ ਉਹਨਾਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਕਈ ਦਿਨਾਂ ਤੱਕ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ। ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੇ ਵਾਅਦੇ ਤੇ ਅੰਤਿਮ ਸੰਸਕਾਰ ਕੀਤਾ ਗਿਆ ਸੀ। 5 ਲੱਖ ਰੁਪਏ ਇਹ ਕਿਹਾ ਜਾ ਰਿਹਾ ਹੈ ਕਿ ਦੇ ਦਿੱਤੇ ਗਏ, ਹਾਲੇ ਵੀ 5 ਲੱਖ ਰੁਪਏ ਨਹੀਂ ਦਿੱਤੇ ਗਏ। ਬਲਦੇਵ ਸ਼ਰਮਾ ਮਾਨਸਾ ਤੋਂ ਮੇਰੇ ਸਹਿਯੋਗੀ ਜੁੜ ਚੁੱਕੇ ਨੇ। ਬਲਦੇਵ, ਕੀ ਕੁਝ ਅਪਡੇਟ ਤੁਹਾਡੇ ਕੋਲ? ਦੱਸਣਾ ਚਾਹਾਂਗਾ ਕਿ ਕਸਬਾ ਬੁਢਲਾਡਾ ਵਿੱਚ ਰੇਲ ਦੇ ਟਰੈਕ ਤੇ ਇੱਕ 80 ਸਾਲਾ ਤੇਜ ਕੌਰ ਦੀ ਮੌਤ ਹੋ ਗਈ ਸੀ ਤੇ ਉਸ ਦਾ ਅੰਤਿਮ ਸੰਸਕਾਰ 1 ਮਹੀਨੇ ਬਾਅਦ ਕੀਤਾ ਗਿਆ, ਕਿਉਂਕਿ ਕਿਸਾਨ ਯੂਨੀਅਨ ਪਰਿਵਾਰ ਵਾਸਤੇ 10 ਲੱਖ ਰੁਪਏ ਆਰਥਿਕ ਮਦਦ ਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕਰ ਰਹੀ ਸੀ। 1 ਮਹੀਨਾ ਡੀਸੀ ਦਾ ਦਫ਼ਤਰ ਘੇਰਨ ਤੋਂ ਬਾਅਦ ਆਖਰ ਪ੍ਰਸ਼ਾਸਨ ਨੇ ਕਿਹਾ ਕਿ 10 ਲੱਖ ਰੁਪਏ ਦਿੱਤਾ ਜਾਊਗਾ। 5 ਲੱਖ ਰੁਪਏ ਉਸੇ ਸੰਸਕਾਰ ਵਾਲੇ ਦਿਨ ਦੇ ਦਿੱਤੇ ਗਏ ਤੇ 5 ਲੱਖ ਅੱਜ ਭੋਗ ਵਾਲੇ ਦਿਨ ਦੇਣੇ ਸੀ, ਪਰ 5 ਲੱਖ ਰੁਪਏ ਬਾਕੀ ਦਾ ਪ੍ਰਸ਼ਾਸਨ ਅੱਜ ਮੁੱਕਰ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਡੀਸੀ ਦਫ਼ਤਰ ਦਾ ਦੁਬਾਰਾ ਘਿਰਾਓ ਕਰ ਦਿੱਤਾ। ਹਾਲਾਂਕਿ ਪੁਲਿਸ ਨਾਲ ਉਹਨਾਂ ਦੀ ਨੋਕ ਝੋਕ ਵੀ ਹੋਈ ਹੈ। ਬੈਰੀਕੇਡ ਤੋੜ ਕੇ ਕਿਸਾਨ ਡੀਸੀ ਦਫ਼ਤਰ ਦੇ ਬਾਹਰ ਹੈ ਜਿਹੜੇ ਡਟੇ ਹੋਏ ਆ ਤੇ ਲਗਾਤਾਰ ਧਰਨਾ ਦੇਣਗੇ ਜਦੋਂ ਤੱਕ 5 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਨਹੀਂ ਮਿਲਦੀ, ਕਿਸਾਨਾਂ ਦਾ ਕਹਿਣਾ। ਰਜਿੰਦਰ, ਠੀਕ, ਸ਼ੁਕਰੀਆ ਬਲਦੇਵ ਇਸ ਜਾਣਕਾਰੀ ਦੇ ਲਈ। ਸੋ ਇਹ ਤਸਵੀਰਾਂ ਕਿਸ ਤਰ੍ਹਾਂ ਡੀਸੀ ਦਫ਼ਤਰ ਦੇ ਗੇਟ ਨੂੰ ਧੱਕਾ ਮਾਰਦੇ ਨਜ਼ਰ ਆ ਰਹੇ ਨੇ। ਬੈਰੀਕੇਡਿੰਗ ਕੀਤੀ ਗਈ ਸੀ ਪੁਲਿਸ ਵੱਲੋਂ, ਲੇਕਿਨ ਉਹ ਬੈਰੀਕੇਡਿੰਗ ਤੋੜ ਕੇ ਅੰਦਰ ਤੱਕ ਪਹੁੰਚ ਕੇ ਕਿਸਾਨ ਡੀਸੀ ਦਫ਼ਤਰ ਨੂੰ ਘੇਰ ਲਿਆ। ਬਾਕੀ ਰਹਿੰਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ। ਸਰਕਾਰੀ ਨੌਕਰੀ ਦਾ ਵੀ ਵਾਅਦਾ ਸੀ, ਸੋ ਵਾਅਦੇ ਪੂਰੇ ਕਰੇ ਪ੍ਰਸ਼ਾਸਨ, ਇਹ ਮੰਗ ਕਰਦੇ ਹੋਏ ਕਿਸਾਨਾਂ ਦਾ ਇਹ ਰੌ ਪ੍ਰਦਰਸ਼ਨ। ਯੂਨੀਵਰਸਿਟੀ 'ਚ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਚਾਂਸਲਰ ਡਾਕਟਰ ਜ਼ੋਰਾ ਸਿੰਘ ਨੇ ਦੱਸਿਆ ਕਿ ਇਸ ਸਾਲ ਦਸੰਬਰ ਤੱਕ ਦੇਸ਼ ਭਗਤ ਗਰੁੱਪ ਦੇ 2 ਸੰਸਥਾਨ ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੀ ਸਿਲਵਰ ਜੁਬਲੀ ਹੋਣ ਵਾਲੀ ਹੈ, ਜਿਸ ਨੂੰ ਲੈ ਕੇ ਪੂਰੇ ਗਰੁੱਪ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਡਾਕਟਰ ਜ਼ੋਰਾ ਸਿੰਘ ਮੁਤਾਬਿਕ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਦੇਸ਼ ਭਗਤ ਯੂਨੀਵਰਸਿਟੀ 'ਚ 6ਵਾਂ ਜੌਬ ਫੈਸਟ ਕਰਵਾਇਆ ਗਿਆ, ਜਿਸ ਵਿੱਚ 2800 ਬੱਚਿਆਂ ਨੂੰ ਪਲੇਸਮੈਂਟ ਮਿਲ ਚੁੱਕੀ ਹੈ। ਯੂਨੀਵਰਸਿਟੀ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਨੂੰ UGC ਵੱਲੋਂ ਬਾਰਵੀਂ ਮਾਨਤਾ ਦਿੱਤੀ ਗਈ ਹੈ ਅਤੇ ਯੂਨੀਵਰਸਿਟੀ UGC ਤੋਂ ਗ੍ਰਾਂਟ ਹਾਸਲ ਕਰਨ ਦੀ ਯੋਗ ਹੋਈ ਹੈ। ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਾਈਸ ਚਾਂਸਲਰ ਸ਼ਾਲਿਨੀ ਗੁਪਤਾ ਨੇ ਦੱਸਿਆ ਕਿ ਜਿੰਨਾ ਵੀ ਬੱਚਿਆਂ ਨੂੰ ਜੌਬ ਮਿਲੀ ਹੈ ਉਹ ਵੱਖ-ਵੱਖ ਖੇਤਰਾਂ 'ਚ ਮਿਲੀ, ਸਿੱਖਿਆ ਦੇ ਆਧਾਰ ਤੇ ਮਿਲੀ। ਇਸ ਦੌਰਾਨ ਪਲੇਸਮੈਂਟ ਹਾਸਲ ਕਰਨ ਵਾਲੇ ਬੱਚਿਆਂ ਨੇ ਦੇਸ਼ ਭਗਤ ਯੂਨੀਵਰਸਿਟੀ ਸੰਬੰਧੀ ਆਪਣਾ ਤਜਰਬਾ ਵੀ ਸਾਂਝਾ ਕੀਤਾ। ਦੇਸ਼ ਭਗਤ ਯੂਨੀਵਰਸਿਟੀ ਦੇਸ਼ ਭਗਤ ਗਰੁੱਪ ਆਫ ਇੰਸਟੀਚਿਊਟਸ ਵਾਸਤੇ ਇੱਕ ਬਹੁਤ ਵੱਡਾ ਦਿਨ ਹੈ, ਜਦੋਂ ਅਸੀਂ 3-4 ਐਕਟੀਵਿਟੀਆਂ ਇਕੱਠੀਆਂ ਕਰ ਰਹੇ ਹਾਂ। ਇੱਕ ਤਾਂ ਦੇਸ਼ ਭਗਤ ਆਯੁਰਵੈਦਿਕ ਕਾਲਜ ਐਂਡ ਦੇਸ਼ ਭਗਤ ਹਸਪੀਟਲ ਦੇ 25ਵੇਂ ਸਾਲ ਅਸੀਂ ਮਨਾ ਰਹੇ ਹਾਂ। 31 ਦਸੰਬਰ ਨੂੰ ਇਸ ਸਾਲ 25 ਸਾਲ ਸਾਡੇ ਆਯੁਰਵੈਦਿਕ ਕਾਲਜ ਅਤੇ ਹਸਪੀਟਲ ਦੇ ਪੂਰੇ ਹੋਣਗੇ। ਸਪਾਰਕ ਮੇਲਾ ਜੋ ਕਿ ਐਂਟਰਪ੍ਰੀਨਿਓਰਸ਼ਿਪ ਦੇਸ਼ ਭਗਤ ਯੂਨੀਵਰਸਿਟੀ ਦਾ IDC ਸੈੱਲ ਵੱਲੋਂ ਸੰਯੋਜਿਤ ਕੀਤਾ ਜਾ ਰਿਹਾ ਹੈ। 6ਵਾਂ ਜੌਬ ਫੈਸਟ, ਜੋ 6ਵਾਂ ਜੌਬ ਫੈਸਟ ਜਿਸ ਦੀ ਡਿਟੇਲ 'ਚ ਗੱਲ ਕੀਤੀ ਗਈ, ਉਹਦੇ ਵਿੱਚ 2800 ਦੇ ਕਰੀਬ ਪਲੇਸਮੈਂਟਾਂ ਹੋਈਆਂ। जॉब्स लगे हैं देश भगत यूनिवर्सिटी वालों, वो जॉब्स लगे हैं मैन्युफैक्चरिंग सैक्टर दे विच, जिथे कि स्किल ओरिएंटेड जॉब्स रही हैं, चाहे जिवें कि CNC ऑपरेटर्स, रिटर्नर्स, जो बैंकों दे विच जॉब्स लगियां हैं, दैन मैनेजर्स दियां जॉब्स लगियां हैं और +2 लैवल वाले बच्चों दी भी जॉब्स लगियां हैं उन्हां दे लैवल दियां। तां असीं कहा कि मैन्युफैक्चरिंग, सर्विस, बैंक्स, इंश्योरेंस कंपनीज, इन्हां सारियां दे विच जो है बच्चे अपनी जॉब्स ले गए हैं। एजुकेशनल इंस्टीट्यूशंस सर माहौल काफ़ी अच्छा है और टीचर्स भी जो हैं वो काफ़ी कोऑपरेटिव हैं। अच्छा। और जो था मुझे बेसिक रिक्वायरमेंट थी जो नॉलेज की वो यहाँ मुझे मिली है और इन्होंने पूरा ट्राई किया है कि ये प्रैक्टिकल नॉलेज मुझे दे सकें। स्पेशली इंटर्नशिप के टाइम
काफ़ी हेल्प करी टीचर्स ने। MCA ਕੀਤੀ ਹੈ ਮੈਂ ਤੇ ਕੰਪਿਊਟਰ ਲੈਂਗੁਏजेस ਦੇ ਉੱਪਰ ਆਪਣਾ ਸਕੋਪ ਬਣਾਇਆ। ਜਿਵੇਂ ਇੱਥੇ ਦੇਸ਼ ਭਗਤ ਦੇ ਵਿੱਚ ਅਸੀਂ ਇੰਡਸਟਰੀਅਲ ਵਿਜ਼ਿਟ ਕਰਦੇ ਸੀ, ਸੈਮੀਨਾਰਸ ਹੁੰਦੇ ਸੀ, ਉੱਥੋਂ ਅਸੀਂ ਸਿੱਖੇ ਤੇ ਉਸ ਤੋਂ ਬਾਅਦ ਫਿਰ PD ਡਿਪਾਰਟਮੈਂਟ 'ਚ ਅਸੀਂ ਇੰਟਰਵਿਊ ਕੰਡਕਟ ਹੁੰਦੇ ਸੀ, ਡੈਮੋ ਇੰਟਰਵਿਊ ਹੁੰਦੇ ਸੀ, ਉਹਦੇ ਨਾਲ ਫਿਰ ਸਾਨੂੰ ਐਕਸਪਲੋਜ਼ਰ ਮਿਲਿਆ। ਫਿਰ ਮੈਂ ਦਿੱਲੀ ਗਿਆ, ਦਿੱਲੀ ਤੇ ਮੈਨੂੰ ਜੌਬ ਮਿਲੀ, ਉੱਥੇ 1 ਸਾਲ ਜੌਬ ਕੀਤੀ। ਫਿਰ ਉਸ ਤੋਂ ਬਾਅਦ ਮੈਂ 1 ਸਾਲ ਜੌਬ ਕਰਕੇ ਆਪਣਾ ਬਿਜ਼ਨਸ ਸਟਾਰਟ ਕੀਤਾ ਅਮਲੋਹ ਦੇ ਵਿੱਚ। ਇਸ ਬੁਲਟਨ ਵਿੱਚ ਫਿਲਹਾਲ ਨਹੀਂ, ਮੈਨੂੰ ਤੇ ਇਜਾਜ਼ਤ, ਧੰਨਵਾਦ।